ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 50 to 60 ਵਰਡਸ ਵਾਲੇ ਕੁਐਸਚਨਸ ਦੇ ਆਨਸਰਸ ਅਟੈਂਪਟ ਕਰਨੇ ਸਿੱਖਾਂਗੇ ਔਰ ਚੈਪਟਰ ਹੈਗਾ ਆ 2 ਜੈਂਟਲਮੈਨ ਆਫ ਵਰੋਨਾ। ਇਹਦੇ ਵਿੱਚ ਮੈਂ ਤੁਹਾਨੂੰ ਟਿਪਸ ਐਂਡ ਟ੍ਰਿਕਸ ਵੀ ਦਊਂਗੀ। ਪਲੀਜ਼ ਧਿਆਨ ਨਾਲ ਦੇਖਿਓ ਇਹ ਸਾਰੀ ਵੀਡੀਓ ਐਂਡ ਤੱਕ। ਥੈਂਕ ਯੂ ਸੋ ਮਚ। ਔਰ ਦੇਖੋ ਫਸਟ ਸਾਡੀ ਲਾਈਨ ਆ ਡਰੋ ਆ ਬਰੀਫ ਕਰੈਕਟਰ ਸਕੈਚ ਆਫ 2 ਬॉयਜ਼ ਇਨ ਦਾ ਸਟੋਰੀ। ਇਸ ਕਹਾਣੀ ਦੇ ਵਿੱਚ ਦੋ ਲੜਕਿਆਂ ਦੇ ਕਰੈਕਟਰ ਸਕੈਚ ਬਾਰੇ ਦੱਸੋ। ਵਟ ਇਜ਼ ਦਾ ਮੀਨਿੰਗ ਆਫ ਕਰੈਕਟਰ ਸਕੈਚ। ਦੇਖੋ ਕਰੈਕਟਰ ਸਕੈਚ ਦਾ ਮਤਲਬ ਆ ਕਿਸੇ ਦੇ ਚਰਿੱਤਰ ਬਾਰੇ ਦੱਸਣਾ। ਸਪੋਜ਼ ਕੋਈ ਵੀ ਪਰਸਨ ਆ, ਅਸੀਂ ਉਹਦੇ ਕਰੈਕਟਰ ਬਾਰੇ ਦੱਸਣਾ ਤਾਂ ਅਸੀਂ ਸਭ ਤੋਂ ਪਹਿਲਾਂ ਕੀ ਦੱਸਾਂਗੇ, ਉਸ ਪਰਸਨ ਦਾ ਨੇਮ। ਜੇ ਸਾਨੂੰ ਹੋਰ ਚੀਜ਼ਾਂ ਬਹੁਤ ਪਤਾ ਲਾਈਕ ਹਿਜ਼ ਔਰ ਹਰ ਏਜ ਤਾਂ ਅਸੀਂ ਉਹ ਵੀ ਮੈਂਸ਼ਨ ਕਰਾਂਗੇ। ਫਿਰ ਉਸ ਤੋਂ ਬਾਅਦ ਉਸ ਪਰਸਨ ਦੀ ਫਿਜ਼ੀਕਲ ਅਪੀਅਰੈਂਸ ਆ ਜਾਂਦੀ ਆ, ਹੈ ਨਾ। ਇਸ ਤੋਂ ਇਲਾਵਾ ਉਹ ਕੀ ਕੰਮ ਕਰਦੇ ਆ, ਬੇਸਿਕਲੀ ਇਹੀ ਕਰੈਕਟਰ ਸਕੈਚ ਦੇ ਵਿੱਚ ਆਉਂਦਾ। ਅਸੀਂ ਉਹਨਾਂ ਦੇ ਕਰੈਕਟਰ ਸਕੈਚ ਬਾਰੇ ਕੀ ਸੁਣਿਆ ਸੀ ਚੈਪਟਰ ਦੇ ਵਿੱਚ, ਇਹੀ ਸੁਣਿਆ ਸੀਗਾ। ਉਹਨਾਂ ਦਾ ਨੇਮ ਕੀ ਆ, ਉਹ ਦੋਨੋਂ ਉਹਨਾਂ ਦੀ ਏਜ ਸੁਣੀ ਸੀ, ਉਹ ਡੇ ਐਂਡ ਨਾਈਟ ਕੰਮ ਕਰਦੇ ਫॉर देयर ਸਿਸਟਰ। ਠੀਕ ਆ, ਆਪਣੀ ਸਿਸਟਰ ਦੇ ਇਲਾਜ ਦੇ ਲਈ ਉਹ ਡੇ ਐਂਡ ਨਾਈਟ ਕੰਮ ਕਰਦੇ ਆ, ਹਾਰਡ ਜੌਬਸ ਕਰਦੇ ਆ, ਈਵਨ ਉਹ ਖਾਂਦੇ ਵੀ ਨਹੀਂ ਪ੍ਰੋਪਰਲੀ। ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਕਰੈਕਟਰ ਸਕੈਚ ਦੇ ਵਿੱਚ ਹੀ ਆ ਜਾਂਦੀਆਂ। ਅਸੀਂ ਇਹਨਾਂ ਨੂੰ ਬਰੀਫ ਕਰਕੇ ਛੋਟਾ ਛੋਟਾ ਲਿਖਣਾ ਆ। ਛੋਟਾ ਛੋਟਾ ਇਨ ਦਾ ਸੈਂਸ ਮੀਨਸ ਕਿ ਸੌਰਟਡ ਸੋਹਣੇ ਤਰੀਕੇ ਨਾਲ ਕਿ ਟੀਚਰ ਇੰਪ੍ਰੈਸ ਹੋਵੇ। ਫਸਟ ਲਾਈਨ ਜਿੱਦਾਂ ਕਿ ਮੈਂ ਤੁਹਾਨੂੰ ਦੱਸੀ ਆ ਕਿ ਅਸੀਂ ਨੇਮ ਲਿਖਾਂਗੇ। ਸੋ ਟ੍ਰਿਕ ਤਾਂ ਹੀ ਹੋ ਗਿਆ ਨਾ ਸਾਡਾ ਪਹਿਲਾ ਕਿ ਨੋਰਮਲੀ ਅਸੀਂ ਜੋ ਵੀ ਪੜ੍ਹਿਆ ਇਹਨਾਂ ਦੇ ਕਰੈਕਟਰਸ ਦੇ ਬਾਰੇ ਅਸੀਂ ਉਹ ਲਿਖ ਸਕਦੇ। ਇਹ ਜ਼ਰੂਰੀ ਨਹੀਂ ਆ ਕਿ ਅਸੀਂ ਇਹੀ ਲਾਈਨਸ A to Z ਇੱਦਾਂ ਹੀ ਬਸ ਲਿਖਣਾ। ਤੁਹਾਡੀ ਆਪਦੀ ਅੰਡਰਸਟੈਂਡਿੰਗ ਹੋਊਗੀ, ਉਹ ਜ਼ਿਆਦਾ ਇੰਪ੍ਰੈਸ਼ਨ ਦੇਗੀ ਟੀਚਰ 'ਤੇ। ਠੀਕ ਹੈ ਜੀ। ਫਸਟ ਹੈਗੀ ਆ ਲਾਈਨ, ਦ ਬॉयਜ਼ ਮੈਂਸ਼ਨਡ ਇਨ ਦਾ ਸਟੋਰੀ ਆਰ ਨਿਕੋਲਾ ਐਂਡ ਜੈਕੋਬੋ, ਦੇ ਆਰ ਬ੍ਰਦਰਸ। ਕਹਿੰਦੇ ਨਿਕੋਲਾ ਐਂਡ ਜੈਕੋਬੋ ਦੋਨੋਂ ਕੀ ਆ, ਨਾਮ ਆ ਬੱਚਿਆਂ ਦੇ। ਇਹਨਾਂ ਦੀ ਕਹਾਣੀ ਮੈਂਸ਼ਨ ਕੀਤੀ ਗਈ ਆ, ਉਹ ਦੋਨੋਂ ਭਰਾ ਆ। ਦੇ ਆਰ ਔਰਫਨਸ। ਔਰਫਨਸ ਕੀ ਹੁੰਦਾ ਆ, ਔਰਫਨਸ ਹੁੰਦਾ ਅਨਾਥ, ਮਤਲਬ ਉਹਨਾਂ ਦੇ ਪੈਰੈਂਟਸ ਨਹੀਂ ਹੈਗੇ ਆ। ਠੀਕ ਹੈ, ਅਤੇ ਉਹ ਪੈਰੈਂਟਸਲੈਸ ਚਾਈਲਡ ਆ, ਇਸ ਲਈ ਉਹਨਾਂ ਨੂੰ ਔਰਫਨਸ ਕਹਿੰਦੇ ਆ। ਨੈਕਸਟ ਲਾਈਨ, ਨਿਕੋਲਾ ਦਾ ਏਲਡਰ ਇਜ਼ 13। ਨਿਕੋਲਾ ਵੱਡਾ ਸੀ, 13 ਸਾਲ ਦਾ ਸੀ। ਜੈਕੋਬੋ ਇਜ਼ ਨੀਅਰਲੀ 12। ਜੈਕੋਬੋ 12 ਸਾਲ ਦਾ ਸੀ ਅਤੇ ਉਹ ਛੋਟਾ ਸੀ। ਸਾਨੂੰ ਪਤਾ ਲੱਗਾ ਨਾ ਫਸਟ ਪੈਰਾ ਦੇ ਵਿੱਚ ਜਸਟ ਏਜ, ਨੇਮ, they are brother, ਇਹ basic lines। ਠੀਕ ਹੈ, now switch to the next paragraph। they have self respect। they have self respect ਮਤਲਬ ਉਹਨਾਂ ਦਾ ਆਤਮ ਸਨਮਾਨ ਸੀ, ਉਹਨਾਂ ਦੀ ਆਪਣੀ ਜਿਹੜੀ ਆ ਇੱਕ ਰਿਸਪੈਕਟ ਸੀ। they work from morn till eve for the treatment of their sister। morn till eve means ਸਵੇਰ ਤੋਂ ਲੈ ਕੇ morning, eve ਈਵਨਿੰਗ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕੰਮ ਕਰਦੇ ਸੀ ਫॉर देयर ਸਿਸਟਰ। they sell newspapers, fruits, polish shoes, etc। they are symbol of sacrifice। ਕਹਿੰਦੇ ਉਹ ਕੀ ਸੇਲ ਕਰਦੇ ਸੀਗੇ, ਨਿਊਜ਼ਪੇਪਰ, ਫਰੂਟਸ, ਇਸ ਤੋਂ ਇਲਾਵਾ ਸ਼ੂਜ਼ ਵੀ ਪੋਲਿਸ਼ ਕਰਦੇ ਸੀ, ਇਹ ਸਾਰੇ ਕੰਮ ਕਰਦੇ ਸੀ। ਕਹਿੰਦੇ ਉਹ ਕਾਹਦਾ ਸਿੰਬਲ ਆ, ਇੱਕ ਸੈਕਰੀਫਾਈਸ ਦਾ ਸਿੰਬਲ ਆ। ਸੈਕਰੀਫਾਈਸ ਦਾ ਸਿੰਬਲ ਕੀ ਹੁੰਦਾ ਆ, ਸੈਕਰੀਫਾਈਸ ਮਤਲਬ ਕਿ ਸਮਰਪਿਤ ਕਰਨਾ। ਸਮਰਪਿਤ ਕਰਦੇ ਸੀਗੇ ਉਹ ਆਪਣਾ ਆਪ, ਕਿਹਦੇ ਲਈ, ਆਪਣੀ ਭੈਣ ਦੇ ਲਈ। ਠੀਕ ਹੈ, ਦੇ ਆਰ ਆਈਡੀਅਲ ਬ੍ਰਦਰਸ। ਆਈਡੀਅਲ ਮੀਨਸ ਆਦਰਸ਼। ਉਹ ਕਿੱਦਾਂ ਦੇ ਭਰਾ ਸੀ, ਆਦਰਸ਼ ਭਰਾ ਸੀ। ਕਿਉਂਕਿ ਉਹ ਆਪਣੀ ਭੈਣ ਦੀ ਬੜੀ ਹੈਲਪ ਕਰਦੇ ਸੀ ਨਾ, ਇੱਕ ਤਰੀਕੇ ਨਾਲ ਉਹਦੀ ਲਾਈਫ ਸੇਵ ਕਰਨ ਲਈ ਆਪਣੇ ਆਪ ਨੂੰ ਇੰਨਾ ਟਫ ਰੱਖਦੇ ਸੀਗੇ, ਬੜੀਆਂ ਦਿੱਕਤਾਂ ਆਪ ਝੱਲਦੇ ਸੀਗੇ ਆਪਣੀ ਸਿਸਟਰ ਦੇ ਲਈ। ਦੇ ਲੀਵ ਐਨ indelible impression on our minds। what is the meaning of indelible? indelible means ਕਿ ਜਿਹੜਾ ਮਿਟ ਨਹੀਂ ਸਕਦਾ, ਨਾ ਮਿਟਣ ਵਾਲਾ। ਠੀਕ ਹੈ, ਅਮਿਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਮਿਟ ਇੰਪ੍ਰੈਸ਼ਨ। ਇੰਪ੍ਰੈਸ਼ਨ ਯਾਨੀ ਪ੍ਰਭਾਵ ਉਹਨਾਂ ਦਾ ਸਾਡੇ 'ਤੇ ਅਮਿਟ ਇੰਪ੍ਰੈਸ਼ਨ ਪੈਂਦਾ ਸਾਡੇ ਦਿਮਾਗਾਂ 'ਤੇ ਕਿ ਉਹ ਕਿੰਨੀ ਵਧੀਆ ਲਾਈਫ ਲੀਡ ਕਰਦੇ ਆ, ਕਿ ਵਧੀਆ ਇਨ ਦਾ ਸੈਂਸ ਆਪਣੀ ਸਿਸਟਰ ਦੀ ਹੈਲਪ ਦੇ ਲਈ। ਠੀਕ ਹੈ,
ਜਿਹੜੀ ਜਿਹੜੀ ਉਹਨਾਂ ਦੀ ਗੁੱਡਵਿਲ ਸਾਡੇ 'ਤੇ ਇੱਕ ਵਧੀਆ ਇੰਪ੍ਰੈਸ਼ਨ ਦੇ ਕੇ ਜਾਂਦੀ, ਜਿਹੜੀ ਮਿਟਦੀ ਨਹੀਂ। ਮਤਲਬ ਇੱਕ ਕਹਾਣੀ ਸਾਡੇ ਦਿਮਾਗ 'ਚ ਰਹਿੰਦੀ ਕਿ ਕਿੱਦਾਂ ਦੋ ਛੋਟੇ ਛੋਟੇ ਬੱਚੇ ਆਪਣੀ ਸਿਸਟਰ ਲਈ ਇੰਨਾ ਕੁਛ ਕਰਦੇ ਆ। ਤਾਂ ਇਹ ਕੀ ਹੋਇਆ, ਇੰਡੈਲੀਬਲ ਇੰਪ੍ਰੈਸ਼ਨ ਹੋਇਆ ਸਾਡੇ ਮਾਇੰਡ 'ਤੇ। ਠੀਕ ਹੈ, ਜਿਹੜੇ ਮੀਨਸ ਵਰਡਸ ਨੂੰ ਤੁਸੀਂ ਨਹੀਂ ਯਾਦ ਕਰ ਸਕਦੇ, ਤੁਸੀਂ ਉਹਨਾਂ ਦੀ ਜਗ੍ਹਾ 'ਤੇ ਸਿੰਪਲ ਵਰਡਸ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ, ਇਹ ਵੀਡੀਓ ਮੈਂ ਤੁਹਾਨੂੰ ਅੱਗੇ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਮੈਂ ਆਲਵੇਜ਼ ਟਰਾਈ ਕਰਦੀ ਹੁੰਦੀ ਕਿ ਹਰ ਇੱਕ ਤਰ੍ਹਾਂ ਦੇ ਬੱਚੇ ਨੂੰ ਸਮਝ ਆ ਜਾਵੇ। ਇਸ ਲਈ ਪਲੀਜ਼ ਇਹ ਨਾ ਸੋਚੋ ਕਿ ਸਾਨੂੰ ਮੈਮ ਵਰਡ ਟੂ ਵਰਡ ਸਮਝਾ ਰਹੇ ਆ। ਇਸ ਲਈ ਸਾਰੇ ਟਾਈਪ ਦੇ ਬੱਚਿਆਂ ਲਈ, ਜੇਕਰ ਕੋਈ ਵੀਕ ਸਟੂਡੈਂਟ ਆ ਤਾਂ ਉਹ ਵੀ ਈਜ਼ੀਲੀ ਇੱਥੋਂ ਲਰਨ ਕਰ ਸਕਦਾ ਆ। ਨਾਓ ਸੈਕਿੰਡ ਕੁਐਸਚਨ ਇਜ਼ ਰਾਈਟ ਡਾਊਨ ਦ ਥੀਮ ਆਫ ਦ ਸਟੋਰੀ। ਅੱਛਾ ਬੱਚੋ, ਕਰੈਕਟਰ ਸਕੈਚ ਜਾਂ ਥੀਮ, ਇਹਨਾਂ ਦੋਵਾਂ ਵਿੱਚੋਂ ਕੋਈ ਵੀ ਕੁਐਸਚਨ ਆ ਸਕਦਾ ਇਹਦੇ ਵਿੱਚੋਂ। ਠੀਕ ਹੈ, ਔਰ ਬੇਸਿਕਲੀ ਜਾਂ ਕਰੈਕਟਰ ਸਕੈਚ ਆਉਂਦਾ ਹੁੰਦਾ ਲੌਂਗ ਕੁਐਸਚਨਸ 'ਚੋਂ, ਜਾਂ ਫਿਰ ਥੀਮ। ਸੋ ਟਰਾਈ ਕਰਨਾ ਕਿ ਇਹ ਦੋ ਕੁਐਸਚਨਸ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ। ਰਾਈਟ ਡਾਊਨ ਦ ਥੀਮ ਆਫ ਦ ਸਟੋਰੀ ਟੂ ਜੈਂਟਲਮੈਨ ਆਫ ਵਰੋਨਾ ਇਨ ਯੂਰ ਓਨ ਵਰਡਸ। ਕਹਿੰਦੇ ਆਪਣੇ ਸ਼ਬਦਾਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਕਹਾਣੀ ਦੇ ਬਾਰੇ ਲਿਖੋ। The story throws light on the theme that life is a challenge and we must face it boldly. ਕਹਿੰਦੇ ਇਹ ਸਟੋਰੀ ਸਾਨੂੰ ਇਹ ਸਿਖਾਉਂਦੀ ਆ, ਇਹ ਸਮਝਾਉਂਦੀ ਹੈ ਕਿ ਜ਼ਿੰਦਗੀ ਇੱਕ ਚੈਲੰਜ ਆ, ਅਤੇ ਇਹ ਹਰ ਇੱਕ ਚੈਲੰਜ ਨੂੰ ਸਾਨੂੰ ਕੀ ਕਰਨਾ ਚਾਹੀਦਾ ਆ, ਫੇਸ ਕਰਨਾ ਚਾਹੀਦਾ ਆ। ਠੀਕ ਹੈ, ਬੜੇ ਹੀ ਬੋਲਡਲੀ ਮਤਲਬ ਬਹਾਦਰੀ ਦੇ ਨਾਲ, ਸਾਨੂੰ ਬੜੀ ਬਹਾਦਰੀ ਦੇ ਨਾਲ ਚੈਲੰਜ ਨੂੰ ਫੇਸ ਕਰਨਾ ਚਾਹੀਦਾ। ਓਨਲੀ ਦੈਨ ਵੀ ਕੈਨ ਅਚੀਵ ਨਿਊ ਹਾਈਟਸ ਇਨ ਲਾਈਫ। ਸਿਰਫ ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਨਵੇਂ ਮੁਕਾਮ 'ਤੇ ਪਹੁੰਚ ਸਕਦੇ ਹਾਂ, ਇੱਕ ਨਵੀਂ ਹਾਈਟ 'ਤੇ, ਇੱਕ ਨਵੀਂ ਉਚਾਈ 'ਤੇ ਅਸੀਂ ਤਾਂ ਹੀ ਪਹੁੰਚ ਸਕਦੇ ਹਾਂ ਜੇਕਰ ਸਾਡਾ ਦਿਲ ਸਟਰੋਂਗ ਆ, ਸਾਡਾ ਮਨ ਸਟਰੋਂਗ ਆ, ਅਸੀਂ ਅੰਦਰੋਂ ਸੋਲਿਡ ਆ। ਠੀਕ ਹੈ, ਜੇ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਡੋਲ ਜਾਂਦੇ ਹਾਂ ਤਾਂ ਫਿਰ ਅਸੀਂ ਜ਼ਿੰਦਗੀ ਦੀ ਹਾਈਟ ਤੱਕ, ਮਤਲਬ ਉਸ ਲੈਵਲ ਤੱਕ ਨਹੀਂ ਅਸੀਂ ਸੋਚ ਸਕਦੇ ਕਿ ਜਿਹੜੇ ਲੈਵਲ ਤੱਕ ਸਾਨੂੰ ਸੋਚਣਾ ਜਾਂ ਕੰਮ ਕਰਨਾ ਪੈਂਦਾ ਹੈ ਲਾਈਫ 'ਚ। The two boys work from dawn to dusk. Dawn to dusk, ਇਹਦਾ ਮੀਨਿੰਗ ਇਹੀ ਆ, ਮੌਰਨ ਟਿਲ ਈਵ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਡੌਨ ਹੁੰਦਾ ਤੜਕਾ ਅਤੇ ਡਸਕ ਹੁੰਦਾ ਜਿੱਦਾਂ ਹਨੇਰਾ ਜਿਹਾ ਕਹਿ ਲਓ। ਠੀਕ ਹੈ, ਸੂਰਜ ਢਲਣ ਤੋਂ ਬਾਅਦ ਡੌਨ ਟੂ ਡਸਕ, ਕਿ ਸਵੇਰ ਤੋਂ ਲੈ ਕੇ ਰਾਤ ਤੱਕ, ਉਹ ਲੇਟ ਨਾਈਟ ਤੱਕ ਉਹ ਕੰਮ ਕਰਦੇ ਸੀਗੇ। ਦੇ ਡੋਂਟ ਕੰਪਲੇਨ ਐਟ ਆਲ। ਕਹਿੰਦੇ ਇਹਦੇ ਬਾਰੇ ਉਹ ਕਦੇ ਵੀ ਕੋਈ ਸ਼ਿਕਾਇਤ ਨਹੀਂ ਕਰਦੇ। ਦੇ ਵਰਕ ਹਾਰਡ ਫॉर ਦ ਟਰੀਟਮੈਂਟ ਆਫ ਦੇਅਰ ਸਿਸਟਰ ਹੂ ਇਜ਼ ਸਫਰਿੰਗ ਫਰਮ TB ਆਫ ਦ ਸਪਾਈਨ। ਉਹ ਆਪਣੀ ਭੈਣ ਦੇ ਲਈ ਇੰਨਾ ਹਾਰਡ ਵਰਕ ਕਰਦੇ ਸੀਗੇ ਜਿਹੜੀ ਕੀ ਆ, ਸਫਰ ਕਰ ਰਹੀ ਸੀ, ਸੰਘਰਸ਼ ਕਰ ਰਹੀ ਸੀਗੀ TB ਨਾਂ ਦੀ ਬਿਮਾਰੀ ਤੋਂ। ਸਪਾਈਨ ਦੇ ਵਿੱਚ, ਸਪਾਈਨ ਕੀ ਹੁੰਦਾ, ਆਪਣੀ ਰੀੜ੍ਹ ਦੀ ਹੱਡੀ ਦੇ ਵਿੱਚ, ਉਸ ਲੜਕੀ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਟਿਊਬਰਕਲੋਸਿਸ ਨਾਮ ਦੀ ਪ੍ਰੋਬਲਮ ਹੋ ਚੁੱਕੀ ਸੀ, ਜਿਹਦੇ ਸੰਘਰਸ਼ ਦੇ ਲਈ ਉਹ ਹਸਪੀਟਲ ਦੇ ਵਿੱਚ ਸੀ, ਅਤੇ ਜਿਹਦੀ ਫੀਸ ਦੇਣ ਲਈ ਉਹਨਾਂ ਨੂੰ ਉਸ ਮਤਲਬ ਡੇ ਐਂਡ ਨਾਈਟ ਕੰਮ ਕਰਨਾ ਪੈਂਦਾ ਸੀ। ਇਟ ਇਜ਼ ਬੈਸਟ ਐਗਜ਼ਾਮਪਲ ਆਫ ਫ੍ਰੈਟਰਨਲ ਲਵ। ਵਟ ਇਜ਼ ਦ ਮੀਨਿੰਗ ਆਫ ਫ੍ਰੈਟਰਨਲ? ਇਟ ਮੀਨਸ, ਫ੍ਰੈਟਰਨਲ ਹੁੰਦਾ ਆ ਕਿ ਭੈਣ ਭਰਾ ਦਾ ਜਿਹੜਾ ਪਿਆਰ ਹੁੰਦਾ ਨਾ, ਦੈਟ ਇਜ਼ ਕਾਲਡ ਫ੍ਰੈਟਰਨਲ ਲਵ। ਠੀਕ ਹੈ, ਭੈਣ ਭਰਾ ਦੇ ਇਮੋਸ਼ਨਸ ਨੂੰ ਫ੍ਰੈਟਰਨਲ ਮੀਨਸ ਕਿ ਭੈਣ ਭਰਾਵਾਂ ਦੇ ਲਵ ਨੂੰ ਜਿਹੜਾ ਆ ਉਹਦੀ ਐਗਜ਼ਾਮਪਲ ਆ ਇਹ। ਇਟ ਟੀਚਸ ਹਿਊਮੈਨਿਟੀ ਟੂ ਡੂ ਸੈਲਫਲੈਸ ਸਰਵਿਸ। ਕਹਿੰਦੇ ਇਹ ਸਿਖਾਉਂਦਾ ਆ ਕਿ ਮਾਨਵਤਾ, ਮਤਲਬ ਇਹ ਮਾਨਵਤਾ ਨੂੰ ਬਿਨਾਂ ਸਵਾਰਥ ਤੋਂ ਸੇਵਾ ਕਰਨਾ ਸਿਖਾਉਂਦਾ ਹੈ, ਕਿ ਸਾਨੂੰ ਕੋਈ ਵੀ ਸੇਵਾ ਜਦੋਂ ਕਰਨੀ ਆ ਉਹਦੇ ਲਈ ਸਾਨੂੰ ਸਵਾਰਥੀ ਨਹੀਂ ਹੋਣਾ ਚਾਹੀਦਾ, ਸੈਲਫਿਸ਼ ਨਹੀਂ ਹੋਣਾ ਚਾਹੀਦਾ। ਠੀਕ ਹੈ, ਬਲਕਿ ਸੈਲਫਲੈਸ ਹੋ ਕੇ ਸਰਵਿਸ ਕਰਨੀ ਚਾਹੀਦੀ ਆ। Explain in brief, next question is, explain in brief the conditions in which the two boys grew up. Now the third question is, ਕਹਿੰਦੇ ਉਹ ਮਤਲਬ ਕੰਡੀਸ਼ਨਸ ਦੱਸੋ ਜਿਹਦੇ ਵਿੱਚ ਦੋਨੋਂ ਲੜਕੇ ਪਲੇ ਬੜੇ ਹੋਏ ਆ। ਠੀਕ ਆ, ਮਤਲਬ ਸਮੱਸਿਆਵਾਂ, ਟੈਨਸ਼ਨਸ। ਫਸਟ ਇਜ਼ ਦੇ ਟੂ ਬॉयਜ਼ ਵਰ orphans। ਪਹਿਲੀ ਤਾਂ ਇਹੀ ਗੱਲ ਆ
ਕਿ ਉਹ ਦੋਨੋਂ ਲੜਕੇ ਕੀ ਸੀਗੇ, ਔਰਫਨ ਸੀਗੇ। ਦੇ ਵਰ ਔਰਫਨਸ, ਮੈਂ ਤੁਹਾਨੂੰ ਜਿਵੇਂ ਕਿ ਦੱਸ ਚੁੱਕੀ ਹਾਂ, ਔਰਫਨਸ ਮੀਨਸ ਅਨਾਥ। ਦੇ ਵਰ ਹੋਮਲੈਸ, ਉਹਨਾਂ ਤੋਂ ਘਰ ਵੀ ਹੈ ਨਹੀਂ ਸੀ। ਐਂਡ ਪੈਨੀਲੈਸ, ਪੈਨੀਲੈਸ ਮਤਲਬ ਪੈਸੇ ਵੀ ਹੈ ਨਹੀਂ ਸੀ। They worked all types of odd jobs from dawn to dusk for the achievement of their sister. ਕਹਿੰਦੇ ਉਹ odd jobs ਮਤਲਬ ਵੱਖਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜੋਬਸ ਕਰਦੇ ਸੀਗੇ। ਸਵੇਰ ਤੋਂ ਲੈ ਕੇ ਰਾਤ ਤੱਕ, ਤੜਕੇ ਤੋਂ ਲੈ ਕੇ ਰਾਤ ਤੱਕ ਕਹਿੰਦੇ ਲੱਗੇ ਰਹਿੰਦੇ ਸੀਗੇ, ਸਿਰਫ ਤੇ ਸਿਰਫ ਆਪਣੀ ਭੈਣ ਦੇ ਟਰੀਟਮੈਂਟ ਦੇ ਲਈ। But they did not lose courage at all. ਪਰ ਉਹ ਕਦੇ ਵੀ ਹੌਸਲਾ ਨਹੀਂ ਸੀ ਛੱਡਦੇ। courage ਹੌਸਲਾ, ਸੰਘਰਸ਼ ਕਰਨਾ ਨਹੀਂ ਸੀ ਛੱਡਦੇ। war had ruined their lives. war ਕੀ, ਯੁੱਧ ਨੇ ਉਹਨਾਂ ਦੀ ਜ਼ਿੰਦਗੀਆਂ ਨੂੰ ruined, ਬਰਬਾਦ, ਖਰਾਬ ਕਰ ਦਿੱਤਾ ਸੀ, ਤਬਾਹ ਕਰ ਦਿੱਤਾ ਸੀ। but they were self respecting, ਪਰ ਉਹਨਾਂ ਦੀ ਆਪਦੀ ਕੀ ਸੀਗੀ, ਇੱਕ ਸੈਲਫ ਰਿਸਪੈਕਟ ਸੀਗੀ, ਇੱਕ ਆਤਮ ਸਨਮਾਨ ਸੀ, ਜਿਹਦੇ ਕਰਕੇ ਉਹਨਾਂ ਨੇ ਕਿਸੇ ਤੋਂ ਮੰਗਣ ਦੀ ਬਜਾਏ ਆਪ ਕੰਮ ਕੀਤਾ। ਈਵਨ ਦੋ ਉਹਨਾਂ ਦੀ ਹਲੇ ਏਜ ਵੀ ਕੰਮ ਵਾਲੀ ਨਹੀਂ ਸੀ, ਠੀਕ ਹੈ। they did not believe in begging or borrowing. ਕਹਿੰਦੇ ਉਹਨਾਂ ਨੇ ਨਾ ਤਾਂ ਉਹਨਾਂ ਨੇ ਕਿਸੇ ਤੋਂ ਮੰਗਿਆ ਤੇ ਨਾ ਹੀ ਕਿਸੇ ਤੋਂ ਉਧਾਰ ਮੰਗਿਆ, ਠੀਕ ਹੈ। ਬੈਗਿੰਗ ਹੁੰਦਾ ਭੀਖ ਮੰਗਣਾ, ਬੋਰੋਇੰਗ ਹੁੰਦਾ ਕਿਸੇ ਤੋਂ ਉਧਾਰ ਲੈਣਾ। ਦੋਨਾਂ ਵਰਡਸ 'ਚ ਡਿਫਰੈਂਸ ਆ। ਬੈਗਿੰਗ ਕੀ ਆ, ਭੀਖ ਮੰਗਣਾ। ਬੋਰੋਇੰਗ ਕੀ ਆ, ਉਧਾਰ ਮੰਗਣਾ। Their service, sincerity and devotion to the cause leave an indelible imprint on the mind of the reader. ਕਹਿੰਦੇ ਉਹਨਾਂ ਦਾ ਇਹੀ ਸੈਕਰੀਫਾਈਸ ਕਰਨਾ, ਸੈਕਰੀਫਾਈਸ ਮਤਲਬ ਤਿਆਗ ਕਰਨਾ, ਸਿੰਸੈਰਿਟੀ ਸਮਝਦਾਰੀ ਦੇ ਨਾਲ, ਐਂਡ ਡਿਵੋਸ਼ਨ ਮਤਲਬ ਕਿਸੇ ਚੀਜ਼ ਨੂੰ ਲੈ ਕੇ ਪੂਰੀ ਲਗਨ ਦੇ ਨਾਲ ਕਿਸੇ ਚੀਜ਼ ਲਈ ਡਿਵੋਟ ਹੋ ਜਾਣਾ, ਆਪਣਾ ਆਪ ਵੀ ਭੁਲਾ ਦੇਣਾ, ਠੀਕ ਹੈ। ਟੂ ਦ ਕਾਜ਼ ਲੀਵ ਐਨ ਇੰਡੈਲੀਬਲ, ਇੰਡੈਲੀਬਲ ਉਹੀ ਮਤਲਬ ਕਿ ਅਮਿਟ, ਛਾਪ, ਇੰਪ੍ਰਿੰਟ ਮਤਲਬ ਪ੍ਰਭਾਵ, ਸਾਡੇ ਮਨਾਂ ਉੱਤੇ ਰਹਿ ਜਾਂਦਾ, ਕਿ ਜੋ ਵੀ ਰੀਡ ਕਰਦਾ ਆ ਇਸ ਕਹਾਣੀ ਨੂੰ, ਉਹਦੇ ਮਨ ਦੇ ਉੱਤੇ ਦੋ ਬੱਚਿਆਂ ਦਾ ਜੋ ਵੀ ਉਹ ਆਪਣੀ ਭੈਣ ਲਈ ਕਰ ਰਹੇ ਆ, ਉਹ ਪ੍ਰਭਾਵ ਸਾਡੇ ਮਨ ਦੇ ਉੱਤੇ ਬਣ ਜਾਂਦਾ ਆ, ਕਿ ਉਹ ਕਿੰਨੇ ਚੰਗੇ ਆ, ਕਿੰਨੇ ਸਿਆਣੇ, ਕਿੰਨੇ ਸਮਝਦਾਰ ਆ, ਈਵਨ ਉਹ ਇੰਨੀ ਛੋਟੀ ਏਜ ਦੇ ਵਿੱਚ ਆ, ਠੀਕ ਹੈ। ਆਈ ਹੋਪ ਤੁਹਾਨੂੰ ਕੁਐਸਚਨਸ ਸਮਝ ਲੱਗ ਗਏ ਹੋਣਗੇ। ਪਲੀਜ਼ ਲਾਈਕ, ਸ਼ੇਅਰ, ਕਮੈਂਟਸ ਜ਼ਰੂਰ ਕਰਿਆ ਕਰੋ। ਥੈਂਕ ਯੂ ਸੋ ਮਚ।